ਦੋਸਤੋ ਮੇਰੇ ਹੱਥ ਦੇ ਵਿੱਚ ਇਸ ਵਕਤ ਪਰਾਲੀ ਹੈ और इस पराली ਨੂੰ सोने ਦੇ ਵਿੱਚ ਬਦਲਿਆ ਜਾਂਦਾ ਹੈ इस फैक्ट्री ਦੇ ਵਿੱਚ। ये जलता है यहीं से, ठीक है। नीचे से भी एयर आती है हमारी, हॉट एयर, और ऊपर से भी। ਉਹ ਲੱਗੀ ਹੋਈ ਹੈ ਬਲੇਡਸ ਦੇ ਉੱਤੇ ਸਟੀਮ ਪੈਂਦੀ ਹੈ ਔਰ ਉਹਦੇ ਰਾਹੀਂ ਫਿਰ ਟਰਬਾਈਨ ਘੁੰਮਦੀ ਹੈ, ਟਰਬਾਈਨ ਦੇ ਰਾਹੀਂ ਫਿਰ ਅੱਗੇ ਉਹਨੂੰ ਕੰਟਰੋਲ ਕਰਨ ਦੇ ਲਈ, ਉਹਦੀ ਸਪੀਡ ਕੰਟਰੋਲ ਕਰਨ ਦੇ ਲਈ ਗੀਅਰ ਬਾਕਸ ਸਪੈਸ਼ਲ ਲੱਗਿਆ ਹੋਇਆ। ਇਸ ਸੀਜ਼ਨ ਦੇ ਵਿੱਚ 16 ਲੱਖ ਰੁਪਏ ਕਮਾ ਲਏ ਹੈ, ਇਹ ਤੁਸੀਂ ਵੀ ਕਰ ਸਕਦੇ ਹੋ। ਇਸ ਵਕਤ ਅਸੀਂ ਬਹੁਤ ਜ਼ਿਆਦਾ ਉਚਾਈ ਤੇ ਉੱਤੇ ਆ ਗਏ ਹਾਂ और ये हमारी अब आ गई सेकंड स्टेप, पूसर की फिटिंग एरिया। ठीक है जी। पूसर में ये माल जाएगा, पूसर प्रेस करेगा। ਇਸ ਪਰਾਲੀ ਦੇ ਇਮਿਸ਼ਨਸ ਨੂੰ ਰੋਕਦਾ ਹੈ, ਉਹਨੂੰ ਕਹਿੰਦੇ ਆ इलेक्ट्रोस्टैटिक प्रेसिपिटेटर। हमारा आरओ से पानी आया, ट्रांसफर पंप के थ्रू आता है, फिर ये जो लाइन गई है सक्शन वाली, ਹੁਣ ਕੋਲਾ ਬੰਦ ਕਰਤਾ ਹੈ, ਰੱਖਿਆ ਐਮਰਜੈਂਸੀ ਲਈ। ਇੱਕ ਦਾ ਧੂਆਂ ਨਿਕਲ ਰਿਹਾ ਸੀਗਾ, ਇਹ ਵੀ ਤੁਸੀਂ ਵੇਖਿਆ। ਅਸਲ ਦੇ ਵਿੱਚ ਦੋਸਤੋ ਇਹਦੇ ਵਿੱਚ ਇਲੈਕਟ੍ਰੋਡਸ ਲੱਗੇ ਹੋਏ ਹੁੰਦੇ ਨੇ, ਜਿਵੇਂ ਅਸੀਂ ਇੱਥੇ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ। सारी चीज़ें यहाँ से ही मॉनिटर हो रही हैं और यहाँ से ही इनको कमांड दे रहे हैं। ਇੱਥੇ ਆਪਣਾ ਲੈ ਕੇ ਆਓ, ਅਸੀਂ ਉਹਦਾ ਵਾजिब ਜਿਹੜਾ ਮੁੱਲ ਹੈਗਾ ਉਹ ਅਸੀਂ ਮੁੱਲ ਵੀ ਦਵਾਂਗੇ ਉਹਨਾਂ ਨੂੰ। हम देख पा रहे हैं ये कितने टाइम से हो रहा है यहाँ पे ये प्रोसेस जो चल रहा है, जो ऊपर बिजली बन रही ऊपर से है। बिजली बन के यहाँ ट्रांसफर हो रही है 11 kV में। 11 kV से होगी ना ट्रांसफार्मर में जाके। ठीक। और देखो ਤੁਸੀਂ ਇੱਥੇ ਜਿਹੜੇ ਵੀਰ ਨੇ ਉਹ ਸੁੱਤੇ ਵੀ ਪਏ ਨੇ, ਜਗ੍ਹਾ ਵੀ ਬਣਾਈ ਹੋਈ ਆ ਸੌਣ ਦੇ ਲਈ। ਸਟੀਮ ਨੂੰ ਪਾਣੀ ਦੇ ਵਿੱਚ ਕਨਵਰਟ ਕੀਤਾ ਜਾ ਰਿਹਾ ਔਰ ਫਿਰ ਉਸੇ ਪਾਣੀ ਦੀ ਗਰਮ ਕਰਕੇ ਸਟੀਮ ਬਣਾਈ ਜਾ ਰਹੀ ਹੈ। ਜਦੋਂ ਅਸੀਂ ਬਣਾਣੀ ਹੈ ਸਟੀਮ ਹੈ, ਫਿਰ ਇਸ ਸਟੀਮ ਦਾ ਅਸੀਂ ਪਾਣੀ ਕਿਉਂ ਬਣਾਇਆ, ਇਸ ਸਟੀਮ ਨੂੰ ਅਸੀਂ ਡਾਇਰੈਕਟਲੀ ਗਰਮ ਕਿਉਂ ਨਹੀਂ ਕਰ ਲੈਂਦੇ। ਸਤਿ ਸ਼੍ਰੀ ਅਕਾਲ ਦੋਸਤੋ, ਇਸ ਵਕਤ ਅਸੀਂ ਨਚੀਕੇਤਾ ਪੇਪਰਸ ਲਿਮਿਟਿਡ ਕੰਪਨੀ ਦੇ ਵਿੱਚ ਮੌਜੂਦ ਹਾਂ ਔਰ ਤੁਹਾਨੂੰ ਹੈਰਾਨੀ ਹੋਵੇਗੀ ਵੇਖ ਕੇ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਪਰਾਲੀ ਹੈ ਜਿਹਨੂੰ ਕਿਸਾਨ ਅੱਗ ਲਗਾ ਦਿੰਦੇ ਆ, ਕਿਸਾਨ ਆਪਣੀ ਵੇਸਟੇਜ ਸਮਝਦੇ ਆ, ਉਸੇ ਪਰਾਲੀ ਦਾ ਇਸਤੇਮਾਲ ਕਰਕੇ ਨਚੀਕੇਤਾ ਪੇਪਰ ਲਿਮਿਟਿਡ ਕੰਪਨੀ ਦੇ ਵਿੱਚ ਪੇਪਰਸ ਵੀ ਬਣਾਏ ਜਾਂਦੇ ਆ ਔਰ ਬਕਾਇਦਾ ਇੱਥੇ ਬਿਜਲੀ ਦੀ ਯਾਨੀ ਕਿ ਇਲੈਕਟ੍ਰਿਸਿਟੀ ਦੀ ਜਨਰੇਸ਼ਨ ਵੀ ਕੀਤੀ ਜਾਂਦੀ ਹੈ। ਪਿੱਛੇ ਤੁਸੀਂ ਵੇਖ ਰਹੇ ਹੋ ਕਿੰਨਾ ਵੱਡਾ ਇਸ ਵਕਤ ਪਲਾਂਟ ਲੱਗਿਆ ਹੋਇਆ ਹੈ, ਬੋਇਲਰ ਲੱਗੇ ਹੋਏ ਨੇ ਔਰ ਕਿੰਨੇ ਵੱਡੇ ਵੱਡੇ ਇਨਸਟਰੂਮੈਂਟ ਲੱਗੇ ਹੋਏ ਨੇ। ਅਸੀਂ ਇੱਥੋਂ ਦੇ ਮੈਨੇਜਰ ਸਾਹਿਬ ਦੇ ਨਾਲ ਗੱਲ ਕੀਤੀ ਹੈ, ਮੇਰੇ ਨਾਲ ਇੱਥੋਂ ਦੇ ਜਿਹੜੇ ਇੰਜੀਨੀਅਰ ਸਾਹਿਬ ਨੇ ਦੀਪਕ ਜੀ ਉਹ ਵੀ ਮੌਜੂਦ ਨੇ, ਉਹਨਾਂ ਤੋਂ ਜਾਣਕਾਰੀ ਲੈਂਦੇ ਆ ਕਿ ਕਿਸ ਤਰੀਕੇ ਦੇ ਨਾਲ ਇਹ ਪੂਰਾ ਪ੍ਰੋਸੈਸ ਹੁੰਦਾ ਹੈ। ਜਿੱਦਾਂ ਤੁਸੀਂ ਵੇਖ ਰਹੇ ਹੋ ਨੀਚੇ ਉਹ ਟਰਾਲੀਆਂ ਦੇ ਵਿੱਚ ਜਿਹੜੀ ਪੈਡੀ ਹੈ, ਇੰਗਲਿਸ਼ ਦੇ ਵਿੱਚ ਜਿਹਨੂੰ ਪੈਡੀ ਸਟ੍ਰੋ ਕਹਿੰਦੇ ਆ, ਜਿਹਨੂੰ ਪਰਾਲੀ ਕਹਿੰਦੇ ਆ, ਜਿਹਨੂੰ ਰਹਿੰਦ ਖੁੰਦ ਕਹਿੰਦੇ ਆ, ਜਿਹਨੂੰ ਕਿਸਾਨ ਮਜਬੂਰੀ ਦੇ ਵਿੱਚ ਅੱਗ ਲਗਾ ਦਿੰਦੇ ਆ, ਉਹ ਪਰਾਲੀ ਖੜੀ ਹੈ ਔਰ ਫੀਡ ਕੀਤੀ ਜਾ ਰਹੀ ਹੈ ਔਰ ਬੈਲਟਸ ਦੇ ਰਾਹੀਂ ਇਹ ਜਿਹੜੀ ਪਰਾਲੀ ਹੈ ਇਸ ਬੋਇਲਰ ਦੇ ਵਿੱਚ ਆਉਂਦੀ ਹੈ ਔਰ ਵੱਖ-ਵੱਖ ਪ੍ਰੋਸੈਸਸ ਦੇ ਰਾਹੀਂ ਫਿਰ ਬਿਜਲੀ ਵੀ ਜਨਰੇਟ ਕੀਤੀ ਜਾਂਦੀ ਹੈ ਔਰ ਉਸੇ ਬਿਜਲੀ ਦੇ ਰਾਹੀਂ ਇੰਨਾ ਵੱਡਾ ਜਿਹੜਾ ਪਲਾਂਟ ਤੁਸੀਂ ਵੇਖ ਰਹੇ ਹੋ, ਇਸ ਪਲਾਂਟ ਨੂੰ ਜਿਹੜੀ ਬਿਜਲੀ ਦੀ ਸਪਲਾਈ ਹੈ ਪੂਰੀ ਦੀ ਪੂਰੀ, ਇਹ ਬਿਜਲੀ ਦੀ सप्लाई प्लांट खुद जनरेट कर रहा है। नीचे से स्टार्ट करते हैं यहाँ से, ठीक है। वहीं से स्टार्टिंग है हमारी सर। ठीक है, आइए आप। तो अभी जैसे आप देख पा रहे हैं ये ट्रैक्टर आया है, ट्रॉली आई है और ऊपर से जो ये पैडी है, पराली है, ये बेल, हाँ जिसको बेल अब आपके बोलते हैं सर इसको बेल 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 होती है ये। ठीक है। तो उसकी जो गट्ठे बनी हुई हैं यानी कि जो उसकी प्रॉपर पैकिंग की होती है किसान के खेत से, वो यहाँ पे आ रही है और उसके द्वारा जैसे हमने दिखाया कि फर्स्ट स्टेप जो सबसे पहला स्टेप है वो ये स्टेप 1 है सर। हाँ जी, स्टेप 1 है सर ये। ठीक है जी। 2 बेल्ट्स लगी हुई हैं, कन्वेयर बेल्ट्स, और इसके द्वारा जो यहाँ पे पराली है खेतों में जो बच जाती है, बचा कुचा जिसको रहंद खूंद भी बोल देते हैं पंजाबी में, तो वो यहाँ पे ट्रांसफ़र की जा रही है। देख पा रही हैं ये कितने टाइम से हो रहा है यहाँ पे ये प्रोसेस जो चल रहा है? 1 ईयर, 1 साल से। यहाँ पे जो इसकी जो नाइलॉन की जो पैकिंग की होती है इसको काट दिया जाता है, तो ये फिर अलग हो जाएंगी सर अपने आप? ये जैसे ये हमारा फीडिंग होगी ना, हाँ जी, हमारे उसमें होपर में जाके डलेगी। ठीक है। पहले क्या आता है ना, इसमें ना वो बनी हुई है, जैसे बाई स्टेप डलता है ऐसे करके ना। ठीक है। ये अपना भी ऑटोमेटिक ना बाई ग्रेविटी ही गिरता है जैसे चल रहा है ना, इस हिसाब से। ठीक है। अभी ये लड़का काट रहा है ऐसे। ठीक है। अभी खोल के दिखाना इसको, 1 मिनट, इसको थोड़ा सीधा सा कर दे, खुला इसको। देखो ये ऐसे करके बनी होती है ना, ये ऐसे, ठीक है जी, ऐसे जाके गिरती है। इसको हटा दें यहाँ से, तो पीछे कर दो। नहीं जाम लग जाएगा उधर। ये पहला स्टेप है जी। ये अंदर जा रही है बॉयलर के, बॉयलर को फीड दी जा रही है, फीडिंग होती है, ऊपर में जाके डलती है। ठीक है। और स्टेप 2 हमारा ऊपर। तो स्टेप 2 अब ऊपर है, ऊपर चलते हैं।
ਸੋ ਦੋਸਤੋ ਇਸ ਵਕਤ ਤੁਸੀਂ ਵੇਖਿਆ ਸਟੈਪ 1। ਅਸੀਂ ਨਾਲ ਦੀ ਨਾਲ ਇਸ ਡਾਇਗਰਾਮ ਦਾ ਇਸਤੇਮਾਲ ਕਰਾਂਗੇ ਤੇ ਨਾਲ ਦੀ ਨਾਲ ਪਲਾਂਟ ਦੇ ਵਿੱਚ ਵੀ ਜਾਵਾਂਗੇ ਤਾਂ ਕਿ ਸਾਨੂੰ ਸੌਖਿਆਂ ਸਮਝ ਆ ਸਕੇ ਕਿ ਸਾਡੀ ਪਲਾਂਟ ਦੇ ਵਿੱਚ ਪੋਜੀਸ਼ਨ ਕੀ ਹੈ, ਕਿਉਂਕਿ ਪਲਾਂਟ ਬਹੁਤ ਵੱਡਾ ਹੈ ਤੇ ਸਾਨੂੰ ਸੌਖਿਆਂ ਸਮਝਣ ਦੇ ਲਈ ਇਹ ਡਾਇਗਰਾਮ ਮਦਦ ਕਰੇਗਾ। ਇਸ ਵਕਤ ਅਸੀਂ ਜੋ ਸਟੈਪ 1 ਤੁਹਾਨੂੰ ਵਿਖਾਇਆ ਉਹ ਇਹ ਵਿਖਾਇਆ ਹੈ ਕਿ ਟਰੈਕਟਰ ਟਰਾਲੀਆਂ ਦੇ ਰਾਹੀਂ ਜਿਹੜੀ ਪਰਾਲੀ ਆਈ यानी कि स्टबल आया यानी कि जी पैडी स्ट्रो आई है उस पराली नूं कन्वेयर बैल्ट्स के राही एक कन्वेयर बैल्ट असीं विखाई है जिहदे उत्ते नीले रंग का कवर किया होया सी तुसीं वेखिया प्लांट दे विच तां कन्वेयर बैल्ट्स के राही बॉयलर वाल नूं ट्रांसफर की जा रही है। हुण असीं दोबारा प्लांट दे विच जावांगे ते उत्थे असीं वेखांगे कि किस तरीके दे नाल जिहड़ा स्टैप 2 है जिथे पराली ਉਹ बॉयलर दे विच किस तरीके दे नाल इंसर्ट की जा रही है। ਇਹ ਡਾਇਗਰਾਮ ਸਾਨੂੰ ਸੌਖਿਆਂ ਮਦਦ ਕਰੇਗਾ ਕੱਲੀ ਕੱਲੀ ਚੀਜ਼ ਸਮਝਣ ਦੇ ਲਈ। ਜਿਵੇਂ ਤੁਸੀਂ ਵੇਖ ਰਹੇ ਹੋ ਬਹੁਤ ਸਾਰੇ ਇੱਥੇ ਪਾਰਟ ਬਣੇ ਹੋਏ ਨੇ, ਟਰਬਾਈਨ, ਆਲਟਰਨੇਟਰ, ਟਰਾਂਸਫਾਰਮਰ, ਡੀਏਰੇਟਰ ਟੈਂਕ, ਬਹੁਤ ਸਾਰੀ ਚੀਜ਼ਾਂ। ਸੋ ਨਾਲ ਦੀ ਨਾਲ ਅਸੀਂ ਇੱਥੇ ਸਮਝਣ ਦੀ ਕੋਸ਼ਿਸ਼ ਕਰਾਂਗੇ। ਸੋ ਹੁਣ ਚੱਲਦੇ ਹਾਂ ਦੁਬਾਰਾ ਸਟੈਪ 2 ਤੇ प्लांट ਦੇ ਵਿੱਚ। ये हमारी अब आ गई सेकेंड स्टेप, पूसर की फिटिंग एरिया। ठीक है जी। पूसर में ये माल जाएगा, पूसर प्रेस करेगा तो हमारा फर्नेस में जाएगा। ये ऐसे गिर रहा है। ये कन्वेयर से आगे ना होपर में गिरता है। ठीक है। होपर से ना पुश कर देते हैं वो। ठीक है। वो नीचे पुशर, होपर पुशर लगा हुआ है, वो पुशर करता है, बॉलर में जाता है, इधर जल रही है, आग जल रही है इधर इसमें। ठीक, पुश कर देगा। ठीक है। और जो हमारा थर्ड स्टेप है वो हम आपको अभी दिखाएंगे। ठीक है। ऊपर से नीचे जाएगा ये। ये हमारा सर पुसर का फर्नेस हो गया जो नीचे गिरा रहा है पूरा। यहीं पे स्टोर हमारा अंदर हो रहा है। यहाँ से पुसर से जिसको टनल में अंदर फोर्स किया जा रहा है, अंदर फोर्स किया जा रहा है। ठीक है, ठीक है। ट्राली को फिर अंदर फीड किया जा रहा है इसके द्वारा। इसको पुशर बोलते हैं, पुशर, क्योंकि ये पुश कर रहा है अंदर को। हमारी फर्नेस है। ठीक है। ये हमारे इकट्ठा होता है यहाँ पुराल सब। ठीक है। जो वहाँ से आ रहा है नीचे से। ठीक है। और ये जलता है यहीं से। ठीक है। नीचे से भी एयर आती है हमारी, हॉट एयर, और ऊपर से भी, इसको प्रॉपर जलाने के लिए। ठीक है। तो दोस्तों ਹੁਣੇ ਤੁਸੀਂ ਵੇਖਿਆ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਬੋਇਲਰ ਹੈ, ਬੋਇਲਰ ਦੇ ਵਿੱਚ ਅੱਗ ਦੇ ਭਾਂਬੜ ਮਚ ਰਹੇ ਸੀ ਔਰ ਇਸ ਅੱਗ ਨੂੰ ਮਚਾਉਣ ਦੇ ਲਈ ਜਿਹੜਾ ਇਸਤੇਮਾਲ ਹੋ ਰਿਹਾ ਹੈ ਉਹ ਪਰਾਲੀ ਦਾ ਫਿਊਲ ਯਾਨੀ ਕਿ ਪਰਾਲੀ ਦਾ ਬਾਲਣ ਇਸਤੇਮਾਲ ਕੀਤਾ ਜਾ ਰਿਹਾ ਹੈ। ਜਿਹੜੇ ਪੁਰਾਣੇ ਬੋਇਲਰ ਹੁੰਦੇ ਸੀ ਉਹਦੇ ਵਿੱਚ ਕੋਲ ਯੂਜ਼ ਕੀਤਾ ਜਾਂਦਾ ਸੀ, ਕੋਇਲਾ ਯੂਜ਼ ਕੀਤਾ ਜਾਂਦਾ ਸੀ, ਜਿਹਦੇ ਕਾਰਨ ਜਿਹੜੀ ਚਿਮਨੀ ਹੈ ਉਹਦੇ ਵਿੱਚ ਜਿਹੜੇ ਇਮਿਸ਼ਨਸ ਹੁੰਦੇ ਸੀ ਬਹੁਤ ਜ਼ਿਆਦਾ ਹੈਵੀ ਹੁੰਦੇ ਸੀ, ਕਾਲਾ ਧੂੰਆਂ ਨਿਕਲਿਆ ਕਰਦਾ ਸੀ। ਸੋ ਇਹ ਖੈਰ अगले स्टेप ਦੇ ਵਿੱਚ ਅਸੀਂ ਵੇਖਾਂਗੇ एक एक पार्ट। और यहाँ से सर आप मतलब कि चेक कर सकते हो अंदर कंडीशन क्या चल रही है। हाँ जी। यहाँ से हमारा इंस्ट्रूमेंट लगा हुआ है, टेम्परेचर लगे हुए हैं, प्रेशर लगे हुए हैं, गेज वगैरह अंदर इंस्ट्रूमेंट भी लगे हुए हैं जो हमारे DCS में डायरेक्टली रीडिंग दे रहे हैं। हमारा टेम्परेचर कितना चल रहा है, प्रेशर कितना चल रहा है, ड्राफ्ट कितना है। ठीक है। या हमारे ऑल द इलेक्ट्रिकल इक्विपमेंट या इंस्ट्रूमेंट जो भी लगे हुए हैं सारा DCS पे हमको एक्टिविटीज दिखती है। और सर अगर जैसे इसकी जो मेंटेनेंस करनी पड़ती है जैसे साल में या 6 महीने में आप करते होंगे तो जो मेन होल है वो भी यही है सर। मेंटेनेंस के लिए डिपेंड करता है कि हमारी प्रॉब्लम कहाँ है। फर्नेस अगर फर्नेस में दिक्कत है तो उसके हिसाब से अकॉर्डिंगली उसके करेंगे, बाकी अदर ऐसी कोई दिक्कत आती नहीं है, सही चलता है। ठीक है। तो इसके बाद जैसे अभी इसमें लग रही है फिर उसके बाद सर अगला नेक्स्ट प्रोसेस क्या है। नेक्स्ट प्रोसेस अभी यही है। फर्नेस जो है हमारा मेन प्रोसेस तो यही है। इसमें हम ट्यूबें हैं नीचे लगी हुई, वाटर वॉल है साइडों में लगी हुई। हम पानी को एक हीटिंग टेम्परेचर से ऊपर ले जाते हैं, जो उसका बॉइलिंग टेम्परेचर होता है उससे ऊपर ले जाते हैं, सो हमारी सैचुरेटेड स्टीम में कन्वर्ट हो जाती है।
ठीक है, Then जैसे 100 डिग्री पे स्टीम बननी शुरू हो जाती है। हाँ जी, हाँ जी। अब 100 डिग्री पे बाद जो है स्टीम बननी शुरू होती है। उसके बाद जो है हमारा मतलब जो सैचुरेटेड स्टीम होती है, ठीक है। पानी के बॉइलिंग टेम्परेचर से ऊपर जो स्टीम बनती है वो सैचुरेटेड होती है, हल्का मॉइस्चराइज हल्की स्टीम होती थोड़ी नमी होती है उसमें। है। उसकी नमी दूर करने के लिए हम पहले उसको प्राइमरी सुपर हीटर में देते हैं उस स्टीम। देन उसके बाद उसको और ड्राई करने के लिए हम सेकेंडरी Secondary। सुपर हीटर लगा हुआ है, वो हमारी फाइनल स्टीम होती है। ठीक है, फाइनल टॉप स्टीम है। के बाद हमारी मेन स्टीम लाइन से हमारी जो जा रही है, ये हमारी ऊपर से मेन स्टीम लाइन आई है, ये आ रही है हमारे एचपी हेडर में। ठीक है सर, एचपी हेडर पर हम लेकर चलते हैं आपको। आओ। ठीक है। एचपी हेडर हो गया जहाँ पे हमारी फाइनलाइज स्टीम आ रही है। ठीक है सर, ठीक है, इस हेडर से हम डिस्ट्रीब्यूट कर रहे हैं टरबाइन में स्टीम। ठीक है। टरबाइन ये यहाँ से आ रही है ना सर, ये स्टीम आ रही है, जी, ये फाइनल फाइनल स्टीम आ रही है जो ऊपर से आ रही है, हाँ जी। क्योंकि ऊपर तक जो बॉयलर लगा हुआ है, जैसे सर ने बताया कि स्टीम ड्रम है सर। स्टीम ड्रम है। ठीक है, जहाँ पे स्टीम पूरी कलेक्ट होती है। ठीक है, जो पाइप आप देख पा रहे हैं, जो बड़ा सा स्टील का पाइप है, इसके द्वारा जो स्टीम आ रही है, फिर फाइनलाइज जो प्रोडक्ट है स्टीम का, वो इस पाइप के द्वारा होता हुआ सीधा आप देख ਰਹੇ हैं। स्टीम वाल्व है। ठीक है, मेन स्टीम वाल्व लगा हुआ है। स्टीम ਇਸ ਸਟੈਪ ਦੇ ਵਿੱਚ ਅਸੀਂ ਜੋ ਵੇਖਿਆ ਹੈਗਾ ਉਹ ਇਹ ਚੀਜ਼ ਹੈ, ਜਿਹੜਾ ਸਟੀਲ ਪਾਈਪ ਤੁਸੀਂ ਹਾਲ ਹੀ ਦੇ ਵਿੱਚ ਵੇਖਿਆ, ਵੱਡਾ ਜਿਹਾ ਸਟੀਲ ਪਾਈਪ ਜਿਹਦੀ ਇੰਜੀਨੀਅਰ ਸਾਹਿਬ ਗੱਲ ਕਰ ਰਹੇ ਸੀਗੇ, ਉਹ ਇਹ ਪਾਈਪ ਹੈ ਜਿਸ ਦੇ ਰਾਹੀਂ ਜਿਹੜੇ ਸਟੀਮ ਹੈ, ਸਟੀਮ ਡਰਮ ਤੋਂ ਜਿੱਥੇ ਸਟੀਮ ਇਕੱਠੀ ਹੁੰਦੀ ਹੈ, ਕਿਉਂਕਿ ਬੋਇਲਰ ਦਾ ਕੰਮ ਕੀ ਹੁੰਦਾ, ਬੋਇਲਰ ਦਾ ਕੰਮ ਹੁੰਦਾ ਹੈ ਪਾਣੀ ਨੂੰ ਸਟੀਮ ਦੇ ਵਿੱਚ ਕਨਵਰਟ ਕਰਨਾ। ਇੱਥੇ ਪਾਣੀ ਹੁੰਦਾ ਹੈ, ਨੀਚੇ ਥੱਲੇ ਪਾਣੀ ਹੁੰਦਾ ਹੈ, ਫੀਡ ਪੰਪ ਇਹਨੂੰ ਪੰਪ ਕਰਦਾ ਹੈ, ਔਰ ਇਹ ਜਿਹੜੀ ਅੱਗ ਹੈ, ਜਿਹੜੀ ਹੀਟ ਹੈ, ਇਹਦੇ ਸਹਾਰੇ ਫਿਰ ਪਾਣੀ ਜਿਹੜਾ ਹੈ ਉਹ ਸਟੀਮ ਦੇ ਵਿੱਚ ਕਨਵਰਟ ਹੋ ਜਾਂਦਾ ਹੈ, ਔਰ ਇਸ ਸਟੀਮ ਨੂੰ ਫਿਰ ਇਸਤੇਮਾਲ ਕੀਤਾ ਜਾਂਦਾ ਹੈ ਟਰਬਾਈਨ ਘੁਮਾਉਣ ਦੇ ਵਿੱਚ, ਫਿਰ ਉਸ ਤੋਂ ਬਾਅਦ ਹੋਰ ਕੰਮਾਂ ਦੇ ਲਈ। ਯਾਨੀ ਕਿ ਜਿਵੇਂ ਇਹ ਕੰਪਨੀ ਹੈ, ਇਸ ਕੰਪਨੀ ਦੇ ਵਿੱਚ ਗੱਤਾ ਵੀ ਬਣਦਾ ਹੈ, ਤਾਂ ਇਹ ਕੰਪਨੀ ਦੋ ਤਰੀਕਿਆਂ ਵਾਸਤੇ ਸਟੀਮ ਦਾ ਇਸਤੇਮਾਲ ਕਰਦੀ ਹੈ। ਇੱਕ ਤਾਂ ਬਿਜਲੀ ਦੀ ਜਨਰੇਸ਼ਨ ਕਰਨ ਦੇ ਲਈ, ਬਿਜਲੀ ਬਣਾਉਣ ਦੇ ਲਈ, ਉਹਦੇ ਲਈ ਟਰਬਾਈਨ ਨੂੰ ਸਪਲਾਈ ਕੀਤੀ ਜਾਂਦੀ ਹੈ ਨੋਜ਼ਲ ਦੇ ਰਾਹੀਂ, ਔਰ ਫਿਰ ਉਸ ਤੋਂ ਬਾਅਦ ਜਦੋਂ ਟਰਬਾਈਨ ਨੂੰ ਸਟੀਮ ਘੁਮਾ ਦਿੰਦੀ ਹੈ, ਫਿਰ ਉਸ ਤੋਂ ਬਾਅਦ ਇੱਥੇ ਜਿਹੜੀ ਗੱਤਾ ਸੁਕਾਉਣ ਦੇ ਲਈ ਇਹ ਜਿਹੜੀ ਸਟੀਮ ਹੈ ਇਹਦਾ ਇਸਤੇਮਾਲ ਕੀਤਾ ਜਾਂਦਾ ਹੈ। ਖੈਰ ਇਹਨੂੰ ਅਸੀਂ ਪ੍ਰੋਪਰ ਅਗਲੇ ਸਟੈਪ ਦੇ ਵਿੱਚ ਵੇਖਾਂਗੇ। ਫਿਲਹਾਲ ਇਸ ਸਟੈਪ ਦੇ ਵਿੱਚ ਗੱਲ ਹੋ ਰਹੀ ਹੈ ਇਸ ਮੇਨ ਸਟੀਮ ਵਾਲਵ, ਇਹ ਲਿਖਿਆ ਹੋਇਆ, ਇਹਦੀ ਗੱਲਬਾਤ ਹੋ ਰਹੀ ਹੈ। ਜਿਹੜਾ ਵੱਡਾ ਜਿਹਾ स्टील का पाइप तुसी वेख रहे हो, ये मान लो हमारी टरबाइन एक्सेप्शनल गैस है, टरबाइन हमको नहीं चलानी, तो हम PRDS से भी यहाँ से स्टीम दे सकते हैं, डायरेक्ट डायरेक्ट स्टीम दे सकते हैं विदाउट टरबाइन। जैसे आप बता रहे हैं कि टरबाइन को नहीं घुमाना, यानी कि अब हमने अगर पावर जनरेट नहीं करनी तो डायरेक्टली आप सीधा आगे पेपर मिल जहाँ पे जो भी गत्ता बन रहा है वहाँ पे जा सकती है। बिल्कुल एक्सेप्शनल केस है, अगर हमको टरबाइन या हमारा फ्यूल फीडिंग में कोई मतलब प्रेशर नहीं उठ पा रहा इतना, ठीक है, क्योंकि हम मेनली तो हमने इसीलिए लिया है कि पावर और स्टीम दोनों दे सकें। हमारी पावर नहीं बन पा रही किसी कारणवश, प्रेशर कम है या कुछ भी दिक्कत है, तो हम PRDS से कह लें कि अगर फीड कम है या आपके पास पैडी कम आई है, मॉइस्चर ज़्यादा है, मॉइस्चर ज़्यादा है, पैडी कम है या फीड में कोई भी दिक्कत है, तो उसके लिए प्रेशर कम ही उठेगा, सीधी सी बात है, प्रेशर हम कम ही उठाएंगे, तो हम डायरेक्टली PRDS से हम दे सकते हैं। यानी कि हमारा प्रोसेस चलता रहेगा, पावर हमको जो है एक्सटर्नल लेनी पड़ेगी, ताकि जो मेन काम है कंपनी का जो प्रोडक्ट बनाना है वो चलता रहे। प्रोडक्शन चलता रहेगा, प्रोडक्शन में कोई दिक्कत नहीं। ठीक है सर, आगे एक पानी का और दिखा। अच्छा ठीक है, पानी का सब एक्चुअल में पानी हम लेते हैं अपना कूलिंग टावर का पानी आ रहा है, जो नीचे वो नदी जा जो रही है, RO वाटर है, RO प्लांट है, वहाँ से पानी आ रहा है। ये आ रहा है ट्रांसफर पंप के थ्रू, हमारा ये ड्रिएटर टैंक है, ड्रिएटर टैंक है, बड़ा सारा है सर। हाँ जी, ये ड्रिएटर है, पानी ये कलेक्टर। ड्रिएटर ऊपर है, ये स्टोरेज टैंक है ड्रिएटर का। आप थोड़ा सा आगे चल के देखिए। हाँ जी, इसमें जो पानी आता है वो हमारा ट्रांसफर पंप के थ्रू आता है, जो हमारा RO से पानी आया ट्रांसफर पंप के थ्रू आता है। फिर ये जो लाइन गई है सक्शन वाली, ये हमारी फीड पंप में जा रही है जी। ये फीड पंप हमारा प्रेशराइज करता है, मतलब इस पानी का प्रेशर जो है आगे ड्रम में बनाने के लिए हमको स्टेप अप करता है।
ठीक है। इसे अगर देसी भाषा में बताएं इसका काम क्या है? देसी भाषा में सब ऑक्सीजन वगैरह जैसे रिमूव करना यही है, मतलब जो हमारी इसमें गैसेज हैं। ਸੋ ਦੋਸਤੋ ਤੁਸੀਂ ਇਸ ਸਟੈਪ ਦੇ ਵਿੱਚ ਵੇਖਿਆ ਇੱਕ ਵੱਡਾ ਜਿਹਾ ਸਟੀਲ ਦਾ ਟੈਂਕ ਜਿਹਨੂੰ ਕਹਿੰਦੇ ਆ ਡੀਏਰੇਟਰ ਟੈਂਕ, ਔਰ ਉਸ ਦੇ ਉੱਤੇ ਬਣਿਆ ਹੋਇਆ ਹੈ ਡੀਏਰੇਟਰ। ਇਹਦਾ ਅਸਲ ਕੰਮ ਕੀ ਹੁੰਦਾ ਹੈ? ਇਹਦਾ ਕੰਮ ਹੁੰਦਾ ਹੈ ਬੋਇਲਰ ਨੂੰ ਪਾਣੀ ਦੀ ਸਪਲਾਈ ਦੇਣਾ, ਜਿਸ ਪਾਣੀ ਨੂੰ ਫਿਰ ਸੇਕ ਦੇ ਕੇ ਹੀਟ ਦੇ ਕੇ ਸਟੀਮ ਦੇ ਵਿੱਚ ਕਨਵਰਟ ਕੀਤਾ ਜਾਂਦਾ ਹੈ, ਔਰ ਫਿਰ ਉਸੇ ਸਟੀਮ ਨੂੰ ਟਰਬਾਈਨ ਦੇ ਉੱਤੇ ਸੁੱਟਿਆ ਜਾਂਦਾ ਹੈ, ਜਿਹਦੇ ਰਾਹੀਂ ਫਿਰ ਬਿਜਲੀ ਵੀ ਪੈਦਾ ਹੁੰਦੀ ਹੈ, ਔਰ ਉਸ ਤੋਂ ਬਾਅਦ ਫਿਰ ਹੋਰ ਕੰਮਾਂ ਦੇ ਲਈ ਵੀ ਉਹ ਸਟੀਮ ਦਾ ਇਸਤੇਮਾਲ ਕੀਤਾ ਜਾਂਦਾ ਹੈ। ਤਾਂ ਤੁਸੀਂ ਇੱਥੇ ਵੇਖ ਰਹੇ ਹੋਵੋਗੇ ਕਿ ਜਿਹੜਾ ਪਾਣੀ ਹੈ ਉਹਦੀ ਸਪਲਾਈ ਜਿਹੜੀ ਜਾ ਰਹੀ ਹੈ ਉਹ ਤਾਂ ਇੱਕ ਪਾਸੇ ਤੋਂ ਜਾ ਰਹੀ ਹੈ, ਲੇਕਿਨ ਡੀਏਰੇਟਰ ਦੇ ਵਿੱਚ ਦੋ ਤਰੀਕਿਆਂ ਤੋਂ ਪਾਣੀ ਦੀ ਸਪਲਾਈ ਆ ਰਹੀ ਹੈ, ਇੱਕ ਇਸ ਪਾਸੇ ਤੋਂ, ਇੱਕ ਇਸ ਪਾਸੇ ਤੋਂ। ਪਹਿਲਾਂ ਗੱਲ ਕਰਦੇ ਹਾਂ, ਇੱਥੇ ਜਿਵੇਂ ਲਿਖਿਆ ਹੋਇਆ ਡੀਮਿਨਰਲਾਈਜ਼ਡ ਵਾਟਰ ਫਰੋਮ ਆਰਓ। ਅਸਲ ਦੇ ਵਿੱਚ ਹੁੰਦਾ ਕੀ ਹੈ, ਪਾਣੀ ਦੇ ਵਿੱਚ ਬਹੁਤ ਸਾਰੇ ਤੱਤ ਮਿਲੇ ਹੋਏ ਹੁੰਦੇ ਨੇ ਜਿਨ੍ਹਾਂ ਨੂੰ ਡੀਮਿਨਰਲਾਈਜ਼ਡ ਕਰਨਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਪਲਾਂਟ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ। ਤਾਂ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਜੇ ਪਾਣੀ ਪਹਿਲਾਂ ਹੀ ਡੀਮਿਨਰਲਾਈਜ਼ਡ ਕਰ ਲਿਆ ਹੈ ਆਰਓ ਤੋਂ, ਤਾਂ ਕਿਉਂ ਸਿੱਧਾ ਹੀ ਸਪਲਾਈ ਨਹੀਂ ਦਿੱਤੀ ਜਾਂਦੀ ਫੀਡ ਪੰਪ ਰਾਹੀਂ? ਸਿੱਧਾ ਹੀ ਦੇ ਸਕਦੇ ਹਾਂ। ਡੀਏਰੇਟਰ ਟੈਂਕ ਦਾ ਯੂਜ਼ ਕੀ ਹੈ, ਇਹਦਾ ਮਹੱਤਵ ਕੀ ਹੈ, ਇਹਨੂੰ ਕਿਉਂ ਲਗਾਇਆ ਗਿਆ? ਅਸਲ ਦੇ ਵਿੱਚ ਇੱਥੇ ਡੀਮਿਨਰਲਾਈਜ਼ਡ ਇਹਨੂੰ ਕਰ ਲਿਆ, ਮਿਨਰਲ ਤਾਂ ਕੱਢਤੇ, ਲੇਕਿਨ ਪਾਣੀ ਦੇ ਵਿੱਚ ਬਹੁਤ ਸਾਰੀਆਂ ਗੈਸਿਸ ਮਿਲੀਆਂ ਹੋਈਆਂ ਹੁੰਦੀਆਂ ਨੇ, ਜਿਵੇਂ ਆਕਸੀਜਨ, ਕਾਰਬਨ ਡਾਈਆਕਸਾਈਡ। ਜਿਵੇਂ ਤੁਸੀਂ ਬਾਜ਼ਾਰ ਦੇ ਵਿੱਚ ਵੀ ਸੋਡਾ ਲੈਂਦੇ ਹੋ, ਉਹਦੇ ਵਿੱਚ ਵੀ ਕਾਰਬਨ ਡਾਈਆਕਸਾਈਡ ਮਿਲੀ ਹੋਈ ਹੁੰਦੀ ਹੈ, ਲੇਕਿਨ ਵੇਖਣ ਨੂੰ ਪਤਾ ਨਹੀਂ ਲੱਗਦਾ, ਵੇਖਣ ਨੂੰ ਪਾਣੀ ਵਰਗਾ ਹੀ ਲੱਗਦਾ। ਸੋ ਗੈਸਿਸ ਨੂੰ ਕੱਢਣਾ ਬੜਾ ਜ਼ਰੂਰੀ ਹੈ। ਔਰ ਪਾਣੀ ਦੇ ਵਿੱਚ ਇੱਕ ਗੁਣ ਹੈ ਦੋਸਤੋ ਕਿ ਜਦੋਂ ਵੀ ਪਾਣੀ ਨੂੰ ਅਸੀਂ ਗਰਮ ਕਰਦੇ ਹਾਂ ਤਾਂ ਉਹਦੇ ਵਿੱਚ ਜਿਹੜੀਆਂ ਗੈਸਿਸ ਹੁੰਦੀਆਂ ਨੇ ਉਹ ਆਟੋਮੈਟਿਕਲੀ ਨਿਕਲ ਜਾਂਦੀਆਂ ਨੇ, ਔਰ ਪਾਣੀ ਜਦੋਂ ਠੰਡਾ ਹੁੰਦਾ ਹੈ ਤਾਂ ਉਹ ਗੈਸਿਸ ਨਹੀਂ ਨਿਕਲ ਪਾਉਂਦੀਆਂ, ਜਿਹਦੇ ਰਾਹੀਂ ਫਿਰ ਆਕਸੀਡੇਸ਼ਨ ਹੋ ਜਾਂਦੀ ਆ। ਔਰ ਜਿਹੜੇ ਪਾਈਪਸ ਨੇ, ਜਿਵੇਂ ਤੁਸੀਂ ਕਈ ਵਾਰੀ ਆਪਣੇ ਘਰਾਂ ਦੇ ਵਿੱਚ ਵੀ ਵੇਖਿਆ ਹੋਣਾ, ਜਿਹੜੇ ਪਾਈਪਸ ਹੁੰਦੇ ਨੇ ਪਾਣੀ ਵਾਲੇ, ਉਹਦੇ ਆਲੇ ਦੁਆਲੇ ਇੱਕ ਚਿੱਟੇ ਜਿਹੇ ਰੰਗ ਦਾ ਸਕੇਲ ਜੰਮ ਜਾਂਦਾ ਹੈ, ਤੇ ਉਹ ਬਹੁਤ ਵੱਡਾ ਨੁਕਸਾਨ ਵੀ ਕਰ ਸਕਦਾ ਹੈ ਜਦੋਂ ਅਸੀਂ ਇਸ ਤਰੀਕੇ ਦਾ ਕੋਈ ਪਲਾਂਟ ਦੇ ਵਿੱਚ ਇਸਤੇਮਾਲ ਕਰ ਰਹੇ ਹੋਈਏ। ਤਾਂ ਉਸ ਦੇ ਵਿੱਚੋਂ, ਪਾਣੀ ਦੇ ਵਿੱਚੋਂ ਆਕਸੀਡੇਸ਼ਨ ਜਿਹੜੀ ਹੈ ਉਹ ਕੱਢਣੀ ਬੜੀ ਜ਼ਰੂਰੀ ਹੈ। ਆਕਸੀਡੇਸ਼ਨ ਜਿਵੇਂ ਮੈਂ ਦੱਸਿਆ ਕਿ ਪਾਣੀ ਨੂੰ ਜਦੋਂ ਅਸੀਂ ਗਰਮ ਕਰਦੇ ਹਾਂ ਤਾਂ ਉਹਦੇ ਵਿੱਚੋਂ ਜਿਹੜੀ ਗੈਸਿਸ ਆਟੋਮੈਟਿਕਲੀ ਨਿਕਲ ਜਾਂਦੀਆਂ ਨੇ। ਤਾਂ ਜਿਹੜੀ ਸਟੀਮ ਹੈ, ਇੱਥੇ ਅਸੀਂ ਪੈਦਾ ਕੀਤੀ ਸਟੀਮ, ਇਸ ਦਾ ਥੋੜ੍ਹਾ ਜਿਹਾ ਪਾਰਟ ਅਸੀਂ ਇਹਦੇ ਲਈ ਵੀ ਯੂਜ਼ ਕਰ ਲੈਂਦੇ ਹਾਂ, ਤਾਂ ਕਿ ਜਿਹੜਾ ਪਾਣੀ ਅਸੀਂ ਡੀਮਿਨਰਲਾਈਜ਼ਡ ਵਾਟਰ ਲੈ ਰਹੇ ਹਾਂ, ਇਹਦੇ ਵਿੱਚੋਂ ਫੁਹਾਰਿਆਂ ਦੇ ਰਾਹੀਂ ਉਸ ਸਟੀਮ ਨੂੰ ਤੇ ਫੁਹਾਰਿਆਂ ਦੇ ਰਾਹੀਂ ਇਸ ਪਾਣੀ ਨੂੰ ਲੰਘਾਇਆ ਜਾਂਦਾ ਹੈ, ਤਾਂ ਕਿ ਪਾਣੀ ਗਰਮ ਹੋ ਜਾਵੇ ਔਰ ਇਹਦੇ ਵਿੱਚ ਜਿਹੜੀਆਂ ਵੀ ਗੈਸਿਸ ਨੇ ਉਹ ਗੈਸਿਸ ਨਿਕਲ ਜਾਣ, ਔਰ ਜਿਹੜਾ ਪਾਣੀ ਹੈ ਫਿਰ ਇੱਥੇ ਇਕੱਠਾ ਹੋ ਜਾਂਦਾ ਹੈ। ਜਿਵੇਂ ਤੁਸੀਂ ਵੇਖਿਆ ਵੀ ਹੈ, ਅਸੀਂ ਤੁਹਾਨੂੰ ਵੀ ਦਿਖਾਇਆ, ਇੱਕ ਇੰਸਟਰੂਮੈਂਟ ਲੱਗਿਆ ਹੋਇਆ ਜਿਹੜਾ ਇਹਦਾ ਲੈਵਲ ਕੰਟਰੋਲ ਕਰਦਾ ਹੈ, ਫਿਰ ਉਹ ਲੈਵਲ ਦੇ ਰਾਹੀਂ ਇਹਨੂੰ ਕੰਟਰੋਲ ਕਰ ਲਿਆ ਜਾਂਦਾ ਹੈ। ਜਿਵੇਂ ਸਾਡੀ ਪਾਣੀ ਦੀ ਟੈਂਕੀ ਹੁੰਦੀ ਹੈ, ਪਾਣੀ ਦੀ ਟੈਂਕੀ ਦੇ ਵਿੱਚ ਵੀ ਅਸੀਂ ਇੱਕ ਲੈਵਲ ਕੰਟਰੋਲ ਕਰਕੇ ਰੱਖਦੇ ਹਾਂ, ਇੱਕ ਵਾਲਵ ਲੱਗਿਆ ਹੁੰਦਾ ਹੈ, ਉਸੇ ਤਰੀਕੇ ਦੇ ਨਾਲ ਫਿਰ ਇਹ ਸਪਲਾਈ ਕਰਦਾ ਹੈ। ਔਰ ਅਗਲੀ ਜਿਹੜੀ ਸਪਲਾਈ ਆ ਰਹੀ ਹੈ ਦੋਸਤੋ, ਉਹ ਇਹ ਆ ਰਹੀ ਹੈ ਰੀਸਰਕੂਲੇਸ਼ਨ ਆਫ ਵਾਟਰ, ਜਿਹੜੀ ਕਿ ਕੰਡੈਂਸਰ ਤੋਂ ਆ ਰਹੀ ਹੈ, ਜਿਹੜੀ ਡੀਏਰੇਟਰ ਟੈਂਕ ਦੇ ਵਿੱਚ ਆ ਰਹੀ ਹੈ ਡਾਇਰੈਕਟਲੀ ਬਜਾਏ ਡੀਏਰੇਟਰ ਦੇ। ਜਿਹੜਾ ਜਿਵੇਂ ਮੈਂ ਤੁਹਾਨੂੰ ਹੁਣੇ ਦੱਸਿਆ ਸੀਗਾ ਕਿ ਡੀਏਰੇਟਰ ਦੇ ਵਿੱਚ ਸਾਰੀ ਗੈਸਿਸ ਨੂੰ ਕੱਢ ਲਿਆ ਜਾਂਦਾ ਹੈ, ਔਰ ਜਿਹੜਾ ਡੀਮਿਨਰਲਾਈਜ਼ਡ ਵਾਟਰ ਹੈ ਉਹ ਵੀ ਡੀਏਰੇਟਰ ਦੇ ਵਿੱਚ ਆ ਰਿਹਾ, ਔਰ ਡੀਏਰੇਟਰ ਟੈਂਕ ਦੇ ਵਿੱਚ ਇਸ ਪਾਣੀ ਨੂੰ ਸਟੋਰ ਕੀਤਾ ਜਾਂਦਾ ਹੈ। ਇਹ ਐਜ਼ ਅ ਟੈਂਕੀ ਕੰਮ ਕਰਦਾ ਹੈ, ਐਜ਼ ਅ ਟੈਂਕ ਕੰਮ ਕਰਦਾ ਹੈ। ਤਾਂ ਤੁਸੀਂ ਸੋਚ ਰਹੇ ਹੋਵੋਗੇ ਕਿ ਡੀਏਰੇਟਰ ਟੈਂਕ ਦੇ ਵਿੱਚ ਡਾਇਰੈਕਟ ਸਪਲਾਈ ਇਹਨੂੰ ਕਿਉਂ ਦਿੱਤੀ, ਕਿਉਂ ਡੀਏਰੇਟਰ ਦੇ ਵਿੱਚ ਨਹੀਂ ਦਿੱਤੀ? ਉਹਦੀ ਵਜ੍ਹਾ ਇਹ ਹੈ ਦੋਸਤੋ, ਕਿਉਂਕਿ ਇਹ ਜਿਹੜੀ ਸਟੀਮ ਹੈ ਜਿਹਨੂੰ ਅਸੀਂ ਇੱਥੋਂ ਕਲੈਕਟ ਕੀਤਾ, ਫਿਰ ਇਸ ਸਟੀਮ ਦਾ ਅਸੀਂ ਪਾਣੀ ਬਣਾਇਆ ਔਰ ਉਸ ਪਾਣੀ ਨੂੰ ਦੁਬਾਰਾ ਇੱਥੇ ਸਪਲਾਈ ਕੀਤਾ। ਇਸ ਸਟੀਮ ਨੂੰ ਅਸੀਂ ਪਹਿਲਾਂ ਹੀ ਟਰੀਟ ਕਰ ਲਿਆ। ਇਹ ਸਟੀਮ ਉਹੀ ਹੈ ਜਿਹੜੀ ਇੱਥੋਂ ਆਈ ਹੈ। ਇੱਥੇ ਪਾਣੀ ਜਿਹੜਾ ਅਸੀਂ ਸਪਲਾਈ ਕੀਤਾ ਸੀ, ਇਹਦੀ ਬਿਲਕੁਲ ਸ਼ੁੱਧਤਾ ਹੋ ਗਈ ਸੀ, ਡੀਮਿਨਰਲਾਈਜ਼ਡ ਕਰ ਲਿਆ ਸੀ, ਡੀਆਕਸੀਡੇਸ਼ਨ ਵੀ ਹੋ ਗਈ ਸੀਗੀ, ਗੈਸਿਸ ਨੂੰ ਵੀ ਕੱਢਤਾ ਸੀਗਾ। ਤਾਂ ਇਹ ਜਿਹੜਾ ਪਾਣੀ ਬਿਲਕੁਲ ਸ਼ੁੱਧ ਸੀਗਾ, ਇਸੇ ਸ਼ੁੱਧ ਪਾਣੀ ਦੀ ਫਿਰ ਅਸੀਂ ਸਟੀਮ ਬਣਾਈ ਜਿਹੜੀ ਕਿ ਬਿਲਕੁਲ ਸ਼ੁੱਧ ਸੀ। ਤਾਂ ਇਸ ਕਰਕੇ ਇਹ ਜਿਹੜੀ ਸਟੀਮ ਹੈ ਇਸ ਨੂੰ ਸਿੱਧਾ ਡਾਇਰੈਕਟਲੀ ਅਸੀਂ ਡੀਏਰੇਟਰ ਟੈਂਕ ਦੇ ਵਿੱਚ ਹੀ ਸਪਲਾਈ ਕਰ ਲਿਆ, ਜਿਹਦੇ ਰਾਹੀਂ ਫਿਰ ਇਹ ਬਾਅਦ ਦੇ ਵਿੱਚ ਇੱਥੇ ਫੀਡ ਪੰਪ ਦੇ ਰਾਹੀਂ ਬੋਇਲਰ ਨੂੰ ਸਪਲਾਈ ਹੋ ਰਹੀ ਹੈ। ਇਹਨੂੰ ਟਰੀਟ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ, ਕਿਉਂਕਿ ਇਹ ਪਹਿਲਾਂ ਹੀ ਸ਼ੁੱਧ ਹੈ, ਬਿਲਕੁਲ ਪਿਓਰ ਹੈ। ਤਾਂ ਤੁਸੀਂ ਇਹ ਵੀ ਸੋਚ ਰਹੇ ਹੋਵੋਗੇ, ਇਹ ਸਵਾਲ ਤੁਹਾਡੇ ਲਈ ਮੈਂ ਛੱਡਦਾ, ਜੇਕਰ ਕਿਸੇ ਨੇ ਸਮਝਣਾ ਹੋਇਆ ਤਾਂ ਮੈਨੂੰ ਕਮੈਂਟਸ ਦੇ ਵਿੱਚ ਦੱਸਿਓ, ਮੈਂ ਉਦੋਂ ਸਮਝਾਵਾਂਗਾ ਕਿ ਆਖਿਰ ਕਿਉਂ ਸਟੀਮ ਨੂੰ ਪਾਣੀ ਦੇ ਵਿੱਚ ਕਨਵਰਟ ਕੀਤਾ ਜਾ ਰਿਹਾ ਔਰ ਫਿਰ ਉਸੇ ਪਾਣੀ ਦੀ ਗਰਮ ਕਰਕੇ ਸਟੀਮ ਬਣਾਈ ਜਾ ਰਹੀ ਹੈ। ਜਦੋਂ ਅਸੀਂ ਬਣਾਉਣੀ ਹੈ ਸਟੀਮ ਹੈ, ਫਿਰ ਇਸ ਸਟੀਮ ਦਾ ਅਸੀਂ ਪਾਣੀ ਕਿਉਂ ਬਣਾਇਆ? ਇਸ ਸਟੀਮ ਨੂੰ ਅਸੀਂ ਡਾਇਰੈਕਟਲੀ ਗਰਮ ਕਿਉਂ ਨਹੀਂ ਕਰ ਲੈਂਦੇ? ਜੇ ਅਸੀਂ ਬਣਾਉਣੀ ਸਟੀਮ ਹੀ ਹੈ, ਇਹ ਵੀ ਸਟੀਮ ਹੈ, ਤੇ ਫਿਰ ਸਟੀਮ ਦਾ ਪਹਿਲਾਂ ਪਾਣੀ ਬਣਾਓ, ਫਿਰ ਉਸ ਪਾਣੀ ਦੀ ਗਰਮ ਕਰਕੇ ਫਿਰ ਸਟੀਮ ਬਣਾਓ। ਇਹ ਸਵਾਲ ਮੈਂ ਤੁਹਾਡੇ ਲਈ ਛੱਡਦਾ,
ਜੇ ਕਿਸੇ ਨੇ ਸਮਝਣਾ ਹੋਇਆ, ਜੇ ਕਮੈਂਟਸ ਵਿੱਚ ਤੁਸੀਂ ਕਹੋਗੇ ਕਿ ਇਹ ਜ਼ਰੂਰ ਸਮਝਾਓ ਤਾਂ ਸਮਝਾਵਾਂਗੇ, ਨਹੀਂ ਤਾਂ ਇੰਨੀ ਲੋੜ ਨਹੀਂ, ਓਵਰਡੋਸ ਹੋ ਜਾਂਦੀ ਹੈ ਕਈ ਵਾਰੀ ਚੀਜ਼ਾਂ। ਬੇਸਿਕਲੀ ਕਿਸਾਨਾਂ ਨੂੰ ਮੈਂ ਥੋੜ੍ਹਾ ਜਿਹਾ ਸਮਝਾਉਣਾ ਚਾਹੁੰਦਾ, ਜਿਹੜੇ ਸਾਡੇ ਨਵੇਂ ਕਿਸਾਨ ਨੇ, ਜਿਹੜੇ ਯੰਗਸਟਰ ਨੇ, ਪੜ੍ਹੇ ਲਿਖੇ ਨੇ, ਉਹਨਾਂ ਨੂੰ ਥੋੜੀਆਂ ਚੀਜ਼ਾਂ ਇਹ ਵਧੀਆ ਲੱਗਦੀਆਂ ਨੇ, ਇਸੇ ਕਰਕੇ ਇਹ बना रखे हैं। सो चलते हैं दोबारा प्लांट दे विच। आर से हम पानी ले रहे हैं, आर प्लांट है हमारा, ठीक है, वो हमको डीमिनरलाइज करके पानी दे रहा है, ठीक है, पीएच हमारी जो है मेंटेन करके हमको दे रहे हैं, ठीक है, ताकि हमारे जो टैंक है इसका आयरन है या जो भी मेटल लगा हुआ है इसमें, इसको कोई हानि ना हो, ठीक है, या रस्ट ना हो इसमें, ठीक है, ये रस्ट फ्री पानी रहता है, ठीक है, इस तरह से मान लो कि बिल्कुल जंग वंग का कोई ऐसा कोई खतरा नहीं है, कोई खतरा नहीं, ठीक है। बस वो पानी हमारा फीड ले रहे हैं हम यहाँ से, वैसे रिसर्कुलेशन में भी है, हो जाता है। यहाँ से पानी जो हम उठा करके मतलब ट्रांसफर पंप के थ्रू आया पानी हमारा, ठीक है, आरओ से, ठीक है, आरओ से ट्रांसफर पंप के थ्रू हम फिर फीड पंप में इसको ले जा रहे हैं, वो पानी हमारा फीड पंप से प्रेशराइज हो करके वो हमारे ड्रम में जा रहा है, ठीक है, ठीक है, ठीक है। ये हमारे लेवल कंट्रोल हो गए, ये ड्रेटर का लेवल कंट्रोल करते हैं, ठीक है सर। इसके थ्रू ट्रांसफर पंप के थ्रू हमको जितना लेवल सेट करना है इसमें 60-70% जो भी हमको करना है, तो मान लो हमारा ये ड्रेटर है, हाँ जी, टैंक हमको मेंटेन करना है 50%, 60% मेंटेन करना है, ठीक है, तो ये वाल उतनी ही कमांड लेगा, ऑटो में रहते हैं ये, ठीक है, उतनी ही कमांड लेगा कि आपका लेवल ये 60% मेंटेन करके रखेगा। बाकी जो है जब हमारा 60% इसमें आ जाएगा तो ये बंद हो जाएगा, ऑटोमेटिकली बंद कर देगा, लॉक हो जाएगा। उसको कमांड जो मिलेगी वो मिलेगी LT से, ठीक है सर, लेवल ट्रांसमीटर, ठीक ये है, लेवल ट्रांसमीटर हमारा लगा हुआ है, ये इसको बताएगा कि हमारे ड्रम में जो है 60% पानी हो गया और आपको 60% तक मेंटेन करना है, तो आप बंद हो जाइए। ठीक है, ठीक। कूलिंग टावर है, अच्छा वो कूलिंग टावर, ठीक है, कूलिंग टावर है, कूलिंग टावर का मतलब यही है पानी को ठंडा करता है, ठीक है। हाँ, रिसर्कुलेट करके जो है दोबारा किया जाता है, यूज किया जाता है, उसको टेम्परेचर लो करके यहाँ से तब दिया जाता है, ठीक है। बस यहीं से दिखा देना ना। ਸੋ ਦੋਸਤੋ ਇਸ ਵਕਤ ਅਸੀਂ ਜਿੱਥੇ ਇਲੈਕਟ੍ਰਿਸਿਟੀ ਜਨਰੇਟ ਹੋ ਰਹੀ ਹੈ ਉਸ ਕਮਰੇ ਦੇ ਵਿੱਚ ਮੌਜੂਦ ਹਾਂ। ਇਹ ਪੂਰਾ ਬਲੌਕ ਤੁਸੀਂ ਵੇਖ ਰਹੇ ਹੋ। ਆਲਟਰਨੇਟਰ ਲੱਗਿਆ ਹੋਇਆ ਹੈ, ਗੇਅਰ ਬਾਕਸ ਲੱਗਿਆ ਹੋਇਆ ਹੈ ਔਰ ਉਸ ਤੋਂ ਪਿੱਛੇ ਟਰਬਾਈਨ ਨਜ਼ਰ ਆ ਰਹੀ ਹੈ। ਟਰਬਾਈਨ ਦੇ ਵਿੱਚ ਜਿਹੜੀ ਸਟੀਮ ਹੈ, ਸੁਪਰ ਹੀਟਡ ਸਟੀਮ ਆ ਰਹੀ ਹੈ, ਇਨਲੈਟ ਹੋ ਰਿਹਾ ਟਰਬਾਈਨ ਦੇ ਵਿੱਚ ਔਰ ਟਰਬਾਈਨ ਦੇ ਵਿੱਚ ਜਿਹੜੇ ਬਲੇਡਸ ਨੇ, ਜਿਹੜੀ ਜਿਹਨੂੰ ਚੱਕੀ ਕਹਿੰਦੇ ਆ, ਉਹ ਲੱਗੀ ਹੋਈ ਹੈ। ਬਲੇਡਸ ਦੇ ਉੱਤੇ ਸਟੀਮ ਪੈਂਦੀ ਹੈ ਔਰ ਉਹਦੇ ਰਾਹੀਂ ਫਿਰ ਟਰਬਾਈਨ ਘੁੰਮਦੀ ਹੈ। ਟਰਬਾਈਨ ਦੇ ਰਾਹੀਂ ਫਿਰ ਅੱਗੇ ਉਹਨੂੰ ਕੰਟਰੋਲ ਕਰਨ ਦੇ ਲਈ, ਉਹਦੀ ਸਪੀਡ ਕੰਟਰੋਲ ਕਰਨ ਦੇ ਲਈ ਗੇਅਰ ਬਾਕਸ ਸਪੈਸ਼ਲ ਲੱਗਿਆ ਹੋਇਆ ਹੈ ਔਰ ਗੇਅਰ ਬਾਕਸ ਤੋਂ ਬਾਅਦ ਫਿਰ ਇਹ ਆਲਟਰਨੇਟਰ ਲੱਗਿਆ ਹੋਇਆ ਹੈ। 11,000 ਵੋਲਟ ਦੀ ਜਿਹੜੀ ਬਿਜਲੀ ਹੈ ਇਹ पैदा कर रहा है। ਇਹ ਤੁਸੀਂ ਵੇਖ ਰਹੇ ਹੋ कि एक पाइप आ रहा है सर, यहीं से स्टीम आ रही है जी, तो स्टीम आ रही है, तुम देख रहे हो यहाँ से स्टीम आ रही है और उसके बाद यहाँ से होती हुई स्टीम फिर नीचे जा रही है और नीचे से सर आगे बताएंगे। HP हेडर से जो बताया था, HP हेडर से स्टीम आई, वो स्टीम यहाँ आ रही है, ये आई है, ठीक है। ये लाइन आ करके नीचे से ये हमारी टरबाइन में जा रही है, जो हमारी टरबाइन को RPM बना रही है। ठीक है सर। ये यहाँ से आ रही है सर? ये यहाँ अच्छा ही ये मेन हमारी लाइन आ रही है ऊपर से, ये टरबाइन है, ठीक है। ये आपका गियर बॉक्स है, उसका ये अल्टरनेटर है जो पावर बना रहा है, यही जनरेट कर रहा है, ये पावर जनरेट यही कर रहा है, ठीक है सर। बाकी ये इसका गियर बॉक्स है, क्योंकि टरबाइन के हमारे RPM ज़्यादा हैं, उसको जो है मेंटेन करने के लिए RPM इसके अल्टरनेटर से मैच करने के लिए हम इसको गियर बॉक्स बीच में लगाया हुआ है, ठीक है सर। ठीक है। यही हमारी 11,000 पावर यहाँ से जनरेट हो रही है। अच्छा। ये हमारा जो अल्टरनेटर है 5 मेगावाट का है, ठीक है। ये 5 मेगावाट ही बिजली जनरेट कर सकती है। अभी जो हम इसमें 3.2 मेगावाट जनरेट कर रहे हैं, क्योंकि हमारा लोडिंग कम है, अंडर लोड है हमारे पास। ठीक है सर। ये सीमेंस कंपनी की टरबाइन है हमारी, किर्लोस्कर का हमारा गियर बॉक्स है, ठीक है। और TDPS का हमारा अल्टरनेटर है, ठीक है सर। जो हमारा 11,000 पावर जो है जनरेट कर रहा है।
ये हमारी एक्सट्रैक्शन हो गई तो हमारा बाहर निकाल देंगे, जो मतलब इससे बच रही है। ठीक है, ये और ये नीचे वाली सर? ये भी तो दोनों एक्सट्रैक्शन है। अच्छा, ठीक है। ऑयल टैंक की है, ऑयल टैंक पंप भी बोल सकते हैं क्योंकि ऑयल सर्कुलेट भी कर रहा है। ठीक है सर। जो हमारे बैरिंग वगैरह हैं या इसमें जो भी बैरिंग बन रहे हैं उसको ठीक है सर। सर्कुलेट करते हैं। तो यहाँ पे सर जो बिजली बन रही है वो यहाँ से कंट्रोल हो रही है सर? यहाँ से कंट्रोल होती है सर जो हम ये पैनल्स वगैरह देख रहे हैं तो इनका क्या काम है जी? ये बिजली बनती है उसे, जो ऊपर बिजली बन रही ऊपर से है बिजली बन के यहाँ ट्रांसफर हो रही है 11 kV में। 11 kV से होगी ना ट्रांसफार्मर में जाके, ट्रांसफार्मर के थ्रू हम इसे यूज़ कर रहे हैं फिर ठीक है सर अपने पेपर मिल में। ठीक है सर। ये हमारी टरबाइन से जो पावर जनरेट हुई है उसकी जो पावर हमने ट्रांसफार्मर पे ली है, ठीक है उसके थ्रू हमने 440 स्टेप डाउन करके जो है हमने डिस्ट्रीब्यूट की है पूरे प्लांट में। ठीक है। PMC 1 PMC 2 पावर प्लांट यूनिट अलग, इन तीनों में हमने डिस्ट्रीब्यूट की है यहीं से। ठीक है जी। ये हमारा ST को LT में कन्वर्ट करता है। अच्छा जी। हाई टेंशन वोल्टेज से लो टेंशन वोल्टेज में LT में कन्वर्ट करता है। ठीक है जी। ठीक है। इससे हमारे क्योंकि जो ट्रांसफार्मर का काम यही होता है, जो ज़्यादा वोल्टेज हाई वोल्टेज आ रही होती है फिर उसको काम करने लायक जितनी वोल्टेज हमें चाहिए होती है उसके अकॉर्डिंग हम डिस्ट्रीब्यूट करते हैं, डिस्ट्रीब्यूट में कन्वर्ट बस कर बार के थ्रू। ठीक है। ठीक है पावर सर। प्लांट की लैब है, जिसे हमें ना आर का पानी यूज़ करना हो, जो हमारी टरबाइन में है ना केमिकल यूज़ करना, स्टीम यूज़ करने के लिए, मतलब पानी को ना एक मतलब किसी चीज़ को भी अगर हमें यूज़ करना है लाइन में ऑयल के लिए तो क्या होता है ना पहले टेस्ट करते हैं उसे, क्योंकि अगर टरबाइन में कुछ ऐसा भी मतलब चला गया ना कोई तो उसमें फॉल्ट होने के चांस रहते हैं। ठीक है, तो बहुत बड़ा नुकसान हो बहुत बड़ा नुकसान हो सकता है मतलब। ये फीडिंग पंप है, ये अच्छा, पावर प्लांट का ना मेन। ठीक है। ठीक है। ठीक है, ये पानी की सप्लाई कर रही है? हाँ जी, हाँ जी, पावर प्लांट है, फीडिंग पॉइंट है। ठीक है सर। पावर प्लांट का मेन पॉइंट है ये। ठीक है। तभी इसको जो इनलेट आ रहा है सर ये ऊपर से आ रहा है, ऊपर से डिएटर टैंक रखा है। हाँ। डिएटर टैंक है, उससे सप्लाई होता है। तो उसके आप देख सकते हैं कि जो ये पाइप्स आ रही हैं। हाँ, 12 मीटर स्लैब है जो हमारे ऊपर टॉप पे उस पर रखा है, ये डिएटर टैंक है, वही पानी वाला सिस्टम है। ठीक है ਦੋਸਤੋ, ਤੁਸੀਂ ਵੇਖਿਆ ਕਿ ਕਿਸ ਤਰੀਕੇ ਦੇ ਨਾਲ ਇਹ ਪੂਰਾ ਦਾ ਪੂਰਾ ਪਲਾਂਟ ਕੰਮ ਕਰਦਾ ਹੈ। ਇੱਕ ਸਵਾਲ ਰਹਿ ਗਿਆ ਜੋ ਅਸੀਂ ਅਕਸਰ ਸੁਣਦੇ ਹਾਂ ਕਿਸਾਨਾਂ ਤੋਂ। ਕਿਸਾਨ ਸਾਨੂੰ ਕਹਿੰਦੇ ਆ ਕਿ ਸਰਕਾਰ ਸਾਨੂੰ ਤਾਂ ਰੋਕਦੀ ਹੈ ਪਰਾਲੀ ਸਾੜਨ ਤੋਂ, ਲੇਕਿਨ ਫੈਕਟਰੀਆਂ ਦੇ ਵਿੱਚ ਇੰਡਸਟਰੀਆਂ ਦੇ ਵਿੱਚ ਇਹੀ ਪਰਾਲੀ ਜਾਂਦੀ ਆ ਔਰ ਇਸੇ ਪਰਾਲੀ ਤੋਂ ਬਿਜਲੀ ਬਣਾਈ ਜਾਂਦੀ ਹੈ। ਇਸੇ ਪਰਾਲੀ ਨੂੰ ਸਾੜ ਕੇ ਤਾਂ ਸਰਕਾਰ ਉਹਨਾਂ ਦੇ ਉੱਤੇ ਕੋਈ ਰੋਕ ਨਹੀਂ ਲਗਾਉਂਦੀ। ਤਾਂ ਅੱਜ ਉਹ ਸਾਰੇ ਸਵਾਲਾਂ ਦਾ ਅਸੀਂ ਜਵਾਬ ਦੇਵਾਂਗੇ। ਦੋਸਤੋ, ਉਹ ਇੰਸਟਰੂਮੈਂਟ ਜਿਹੜਾ ਇਸ ਪਰਾਲੀ ਦੇ ਇਮਿਸ਼ਨਸ ਨੂੰ ਰੋਕਦਾ ਹੈ ਉਹਨੂੰ ਕਹਿੰਦੇ ਆ ਇਲੈਕਟ੍ਰੋਸਟੈਟਿਕ ਪ੍ਰੈਸੀਪੀਟੇਟਰ। ਇਹ ਕੰਮ ਕਿਸ ਤਰ੍ਹਾਂ ਕਰਦਾ ਹੈ ਉਹ ਵੀ ਤੁਹਾਨੂੰ ਦੱਸਾਂਗੇ। ਆਓ ਪਹਿਲਾਂ ਪਲਾਂਟ ਦੇ ਵਿੱਚ ਚੱਲਦੇ ਹਾਂ ਤੇ ਵੇਖਦੇ ਹਾਂ ਕਿ ਅਸਲ ਦੇ ਵਿੱਚ ਇਹ ਜਿਹੜਾ ਧੂਆਂ ਛੱਡ ਰਿਹਾ ਹੈ ਇਹ ਕਿੰਨਾ ਕੁ ਹਾਨੀਕਾਰਕ ਧੂਆਂ ਹੈ, ਕਿੰਨਾ ਕੁ ਕਾਲਾ ਧੂਆਂ ਜੋ ਅਸੀਂ ਆਮ ਤੌਰ ਦੇ ਉੱਤੇ ਵੇਖਦੇ ਹਾਂ ਜਦੋਂ ਅਸੀਂ ਪਰਾਲੀ ਸਾੜਦੇ ਹਾਂ ਉਹਦੇ ਵਿੱਚੋਂ ਨਿਕਲਦਾ। ਆਓ ਚੱਲਦੇ ਹਾਂ ਪਹਿਲਾਂ ਪਲਾਂਟ ਦੇ ਵਿੱਚ, फिर देखते हैं ਇਹਦੀ फंक्शनिंग। ESP है जी, जैसे क्या कहते हैं ना जो धुआं राख वाख निकलती है उसको प्रोसेसर करके ना जिससे चिमनी में ना जाए। ठीक है। चिमनी में ऐसा सिस्टम ना जिसमें ना प्रदूषण ना फैलाए। जैसे हम देख पा रहे हैं यहाँ पे जो चिमनी में से धुआं निकल रहा है बिल्कुल सफेद निकल रहा है बिल्कुल। ये ESP का कमाल है। यहाँ से आप देख पा रहे हैं। तो अगर किसान अपने खेत में पराली जलाता है तो जो धुआं आता है बिल्कुल काला आता है, बिल्कुल डार्क होता है। सो दोस्तों, हुणे तुसीं वेख्या ESP यानी कि इलैक्ट्रोस्टैटिक ਪ੍ਰੈਸੀਪੀਟੇਟਰ। ਇਹਦੇ ਵਿੱਚ ਕਿਸ ਤਰੀਕੇ ਦਾ ਧੂਆਂ ਨਿਕਲ ਰਿਹਾ ਸੀਗਾ ਇਹ ਵੀ ਤੁਸੀਂ ਵੇਖਿਆ। ਅਸਲ ਦੇ ਵਿੱਚ ਦੋਸਤੋ ਇਹਦੇ ਵਿੱਚ ਇਲੈਕਟ੍ਰੋਡਸ ਲੱਗੇ ਹੋਏ ਹੁੰਦੇ ਨੇ, ਜਿਵੇਂ ਅਸੀਂ ਇੱਥੇ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਔਰ ਕਲੈਕਟਰ ਪਲੇਟਸ ਲੱਗੀਆਂ ਹੋਈਆਂ ਹੁੰਦੀਆਂ ਨੇ। ਇੱਥੋਂ ਜਿਹੜਾ ਧੂਆਂ ਨਿਕਲਦਾ ਅਸਲ ਦੇ ਵਿੱਚ ਜਿਹੜਾ ਕਿ ਬੋਇਲਰ ਤੋਂ ਨਿਕਲ ਰਿਹਾ ਹੈ, ਬੋਇਲਰ ਦੇ ਨਾਲ ਇਹ ਕਨੈਕਟ ਕੀਤਾ ਹੁੰਦਾ ਪਾਈਪਸ ਦੇ ਰਾਹੀਂ, ਡਕਟਸ ਦੇ ਰਾਹੀਂ। ਤਾਂ ਡਕਟਸ ਦੇ ਰਾਹੀਂ ਜਿਹੜਾ ਇਹ ਧੂਆਂ ਨਿਕਲਦਾ ਇੱਥੋਂ, ਫਿਰ ਇੱਥੇ ਕਲੈਕਟਰ ਪਲੇਟਸ ਲੱਗੀਆਂ ਹੁੰਦੀਆਂ ਨੇ ਔਰ ਇਲੈਕਟ੍ਰੋਡਸ ਲੱਗੇ ਹੋਏ ਹੁੰਦੇ ਨੇ ਤੇ ਇਹਦੇ ਵਿੱਚੋਂ ਕਰੰਟ ਪਾਸ ਕਰਵਾਇਆ ਜਾਂਦਾ ਜਿਹਦੇ ਰਾਹੀਂ ਫਿਰ ਇਹ ਜਿਹੜੀ ਸਾਰੀ ਦੀ ਸਾਰੀ ਐਸ਼ ਹੈ ਯਾਨੀ ਕਿ ਜਿਹੜਾ ਧੂਆਂ ਹੈ, ਜਿਹੜੀ ਰਾਖ ਹੁੰਦੀ ਹੈ, ਜਿਹੜੀ ਡਸਟ ਹੁੰਦੀ ਹੈ, ਸਮੋਕ ਹੁੰਦੀ ਹੈ, ਉਹ ਉਹਨਾਂ ਕਲੈਕਟਰ ਪਲੇਟਸ ਦੇ ਨਾਲ चिपक जाती है। जो करंट पास किया जाता है, चार्ज पास किया जाता है, वो चिपक जाती है। उस तो बाद फिर उन्होंने नीचे इत्थे फ्लाई ऐश कलैक्टर दे विच कलैक्ट कर लिया जाता है और फिर उस तो बाद ਇਹਦਾ भी इस्तेमाल किया जाता है।
ਇਹਨੂੰ ਸੀਮੈਂਟ ਇੰਡਸਟਰੀ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ। ਜਿਹੜੀ ਰਾਖ ਬਚ ਜਾਂਦੀ ਹੈ ਕਾਲੇ ਰੰਗ ਦੀ ਸਵਾਹ ਜਿਹਨੂੰ ਅਸੀਂ ਕਹਿ ਦਿੰਦੇ ਆ, ਉਹਦਾ ਫਿਰ ਸੀਮੈਂਟ ਇੰਡਸਟਰੀ ਦੇ ਵਿੱਚ ਵੱਖ-ਵੱਖ ਹੋਰ ਵੀ ਇੰਡਸਟਰੀਆਂ ਦੇ ਵਿੱਚ ਉਹਦਾ ਇਸਤੇਮਾਲ ਕੀਤਾ ਜਾਂਦਾ ਹੈ। ਜਿਵੇਂ ਆਪਾਂ ਸਟੀਮ ਕਹਿ ਰਹੇ ਸੀ ਨਾ, ਸਟੀਮ ਦਿੰਦੇ ਹੋ ਹਾਂਜੀ, ਪਹਿਲਾਂ ਇੱਥੋਂ ਕੋਲੇ ਦੇ ਥਰੂ ਸਟੀਮ ਜਾਂਦੀ ਸੀਗੀ, ਬਿਜਲੀ ਆਪਣੀ ਜੋ ਗਵਰਨਮੈਂਟ ਬਿਜਲੀ ਆਉਂਦੀ ਹੈ ਉਹਦੇ ਥਰੂ ਇੱਥੋਂ ਬਿਜਲੀ ਜਾਂਦੀ ਸੀਗੀ। ਠੀਕ ਹੈ ਸਰ। ਅੱਜ ਇਹ ਹੁਣ ਖਤਮ ਕਰਕੇ ਪਹਿਲਾਂ ਪਰਾਲੀ ਨਹੀਂ ਯੂਜ਼ ਕਰਿਆ ਕਰਦੇ ਸੀ? ਨਹੀਂ, ਪਰਾਲੀ ਨਹੀਂ ਸੀ ਯੂਜ਼ ਹੁੰਦੀ, ਪਹਿਲਾਂ ਕੋਲਾ ਯੂਜ਼ ਹੁੰਦਾ ਸੀ। ਤੁਹਾਡੇ ਸਾਹਮਣੇ ਜਿਵੇਂ ਪਿਆ ਹੈ ਕੋਲਾ। ਠੀਕ ਹੈ ਜੀ। ਹੁਣ ਕੋਲਾ ਬੰਦ ਕਰਤਾ ਹੈ, ਰੱਖਿਆ ਐਮਰਜੈਂਸੀ ਲਈ। ਜਿਵੇਂ ਆਪਾਂ ਕਈ ਵਾਰ ਪਰਾਲੀ ਗਿੱਲੀ ਹੋ ਗਈ ਜਾਂ ਜਿਵੇਂ ਸਫਾਈ ਲਈ, ਜਿਵੇਂ ਆਪਾਂ ਕਰਦੇ ਆ ਸਫਾਈ ਕਰਨੀ ਹੈ 2 दिन ਰੋਕਣਾ ਪੜੇਗਾ। ਠੀਕ ਹੈ। ਤਾਂ ਉਸ ਟਾਈਮ ਫਿਰ ਵੀ ਆਪਣਾ प्रोडक्ट चलता रहे, पेपर बनता है, तो इतों फिर आप कोले के उस टाइम आप यूज करते हैं। ठीक है जी। बाकी अभी कोले का कोई यूज। आप जो रॉ मटेरियल ले रहे हो, पराली होती है, उसके किसान को आप पैसे भी दे रहे हो, है ना? बिल्कुल। तो कि कहाँ से आपके पास अभी जो आप एज ए रॉ मटेरियल आ रहा है वो कहाँ से आ रहा है? अभी हमारे पास रॉ मटेरियल आ रहा है पटियाला साइड से, अमृतसर साइड से, और इधर हमारा राजपुरा साइड से आ रहा है। ठीक। और लोकल भी हम खरीद रहे हैं बहुत सारा। जैसे भी मैंने देखा सर, कई कंपनियां ऐसे काम कर रही हैं कि वो किसानों को ये ऑफ़र कर रही हैं कि हम आपका जो खेत है आपको बिल्कुल प्रॉपर साफ़ करके देंगे, फ्री में देंगे, कोई ख़र्चा नहीं लेते किसान से। लेकिन वो सारा जो पैडी है वो लेके आते हैं, फिर यहाँ पे वो आपको सेल करते हैं और उनसे फिर वो अपना पैसा भी कमा रहे हैं, प्रॉफिट भी कमा रहे हैं। वो जो उनके जो लेबर है उनको भी पैसे दे रहे हैं, ट्रांसपोर्ट का भी खर्चा निकाल रहे हैं, और जो मशीन जो खेत में लगाई है उन्होंने पैडी को गट्ठे बनाने के लिए उसका भी खर्चा निकाल रहे हैं। इसमें जैसे भी कोई किसान आपको लेके आता है आपके पास ना, उसको क्या प्रॉफिट आप ऑफर करते हैं? हम जो अभी किसान हमारे पास लेके आ रहे हैं, मोस्टली जितने भी अभी हमारे पास जो ट्रांसपोर्टर वगैरह हैं वो सब जो मोस्टली किसान ही है सारे। ठीक है। वो अभी एक तरीके का ये एक बिज़नेस हो गया है कि हम खेतों से डायरेक्टली किसानों से कुछ अपने खेतों से लेके आ रहे हैं, वो हमें सप्लाई कर रहे हैं। हम उसका एक रेट डिसाइड कर रखा है, वो रेट उनको प्रोवाइड करा रहे हैं। जो भी उनका ट्रांसपोर्टेशन का खर्चा है, जो मैन पावर का खर्चा है, प्लस जो भी उनका यूज़ हुआ है, जितना भी टोटल खर्चे के हिसाब से हम एक रेट डिसाइड कर रखा है, वो हम उनको प्रोवाइड करा रहे हैं। हम आग लगा के जो करते हैं, आग लगा के जुताई करते हैं, उसके बाद हम डेवलप करते हैं सारा। वही सेम प्रोसेस है कि हम 1 या 2 दिन का वेट कर लें। जो हमारी जिन्होंने कॉन्ट्रैक्टर ने या किसी ने मशीन ले रखी है, उससे बंडल डेवलप करा लें और वो बंडल उठा के अपना एक साइड रख लें, और फिर बाद में उस जगह मिल जाएगी, खेत अपना डेवलप करा सकते हैं, जुताई करा सकते हैं, आगे का आलू या जो भी आपको फसल करनी है उसको बुआई करा सकते हैं। तो आपका कहने का मतलब है कि टाइम उतना ही लगता है इसमें भी, इस प्रोसेस में भी उतना टाइम लगेगा? अगर किसान जलाएगा तो भी उतना ही टाइम लगेगा, और अगर हम इस बंडल बनाएंगे तो भी उतना ही टाइम लगेगा। जो पराली का आप यूज़ कर रहे हैं उसका आप किस चीज़ों में यूज़ कर रहे हैं? अभी जो बेसिकली हमारा जो प्लांट है नचिकेता पेपर, हम पेपर बनाते हैं, क्राफ्ट पेपर बनाते हैं यहाँ पर। और अभी जो हमने ये पावर प्लांट लगाया है, ये हम अपनी ही इलेक्ट्रिसिटी बना रहे हैं पराली से, और उस इलेक्ट्रिसिटी को खुद कंज्यूम कर रहे हैं। 5 मेगावाट की हमारी टरबाइन है, 5 मेगावाट की हम इलेक्ट्रिसिटी बना रहे हैं और उसको खुद ही यूज़ कर रहे हैं पेपर बनाने में। अभी हम जो डेली का हम पराली का भी कंजप्शन है 160 टन के आसपास हमारा भी जा रहा है। 160 टन? हाँ जी। ठीक है। ये हमारा ओवरव्यू है, पूरा कंट्रोल यूनिट है हमारी ये इधर से यहाँ से हमारा जो ये कन्वेयर के द्वारा फीडिंग हो रही है जी। ये हमारा बॉयलर है पूरा जी। इसमें 850 डिग्री पे हम इसको जला रहे हैं जी। उसके बाद हम इसको जला के, ये हमारी इकोनोमाइज़र है, इकोनोमाइज़र से APH है, यहाँ पर हमने ESP लगा रखी है जी। ये हमारी पोल्यूशन कंट्रोल यूनिट है ESP। ओके। हाँ, और उसके बाद ID फैन है, ये हमारा मतलब कि जो आप जो हवा में बाद में जो यूज़ करते हैं, मतलब कि जो जैसे आपने पराली जला ली उसका यूज़ कर लिया, तो उसके बाद जब आप उसको हवा में छोड़ते हैं हाँ, तो उसके पहले उसकी प्रोसेस होती है पूरी? हाँ, पूरा प्रोसेस होता है। और लो प्रेशर की स्टीम, जो बची हुई स्टीम, रेस्ट ऑफ स्टीम, हम पेपर सुखाने के लिए ये यूज़ कर रहे हैं। बस 7-8 टन जो चल रही है जी। ये पूरे ओवरऑल हमारी यूनिट है। हम यहाँ पर ही बैठ के हमारे टरबाइन ऑपरेटर, बॉयलर ऑपरेटर इसी के थ्रू, DCS के थ्रू पूरा पावर प्लांट कंट्रोल कर रहे हैं। ठीक है। तो आप यहाँ से देख सकते हो कि कितना प्रेशर है, हाँ, कितना टेम्परेचर चल रहा है, सारी चीज़ें यहाँ से ही मॉनिटर हो रही हैं, और यहाँ से ही इनको कमांड दे रहे हैं। किसी भी फ़ैन को कम या ज़्यादा करना है, किसी भी मोटर को घटाना बढ़ाना है, वो यहीं से कंप्यूटर के द्वारा कमांड जा रही है। क्या बात है सर, थैंक यू सो मच सर अपना कीमती वक्त देने के लिए, क्योंकि बहुत सारे ऐसे मरीज़ हैं
दमा की मरीज़ हो जाते हैं, बहुत सारी ऐसी बीमारियां हैं जो जिनके ऊपर पैसा बहुत ज़्यादा खर्च करना पड़ता है। मेरा तो बस एक छोटा सा मैसेज है, कोई भी किसान अपनी पराली खेतों में ना जलाएं। वो जितनी भी पराली मैक्सिमम से मैक्सिमम हमारे प्लांट को सप्लाई करें। उससे क्या है, पोल्यूशन का भी कम होगा और बेनिफिट भी मिलेंगे उनको। जी, जैसे किसान ऑल्टरनेट मीडियम अपनाते हैं, डेयरी फार्मिंग करते हैं और चीज़ें करते हैं पैसा कमाने के लिए, तो ये भी एक तरीके का बिजनेस है, बिजनेस हो सकता है, बहुत अच्छा बिजनेस हो सकता है। थैंक यू सो मच सर। ਸੋ ਤੁਸੀਂ ਦੇਖ ਰਹੇ ਹੋ ਇੱਥੇ ਵੀ ਜਿਹੜੀਆਂ ਪਰਾਲੀ ਦੀ ਭਰੀਆਂ ਹੋਈਆਂ ਟਰਾਲੀਆਂ ਖੜੀਆਂ ਨੇ। ਹਾਂ, ਔਰ ਦੇਖੋ ਤੁਸੀਂ ਇੱਥੇ ਜਿਹੜੇ ਵੀਰ ਨੇ ਉਹ ਸੁੱਤੇ ਵੀ ਪਏ ਨੇ, ਜਗ੍ਹਾ ਵੀ ਬਣਾਈ ਹੋਈ ਆ ਸੌਣ ਦੇ ਲਈ, ਕਿਉਂਕਿ ਦੂਰ ਦੂਰ ਤੋਂ ਆਉਂਦੇ ਹਨ ਨਾ ਸਰ, ਤਾਂ ਹੀ ਆਰਾਮ ਕਰ ਰਹੇ ਹੁਣ। अच्छा जी, कैसे भैया? सो एक कूलिंग टैंक है जी, ये बेस्ट है। यहाँ पानी जो रिसाइकिल होता है दोबारा, अच्छा जी, गंदगी यहाँ से क्या निकाल के फिर हम बाहर कर देते हैं और जब पानी दोबारा इन टैंकों के थ्रू साफ होके दोबारा यही पानी यूज होता है। यही पानी यूज होता है, ठीक है जी, ठीक है। तो जैसे अभी रिसाइकलिंग प्लांट कह सकते हैं इन्हों, है नहीं? सो ये जो गत्ता है सर, गत्ता भी फिर रिसाइकल हो जाता है? रीसाइकिल ही हो रहा है अपने पास, ठीक है जी। सारा गत्ता रीसाइकिल, मतलब कि ਇਹਦੇ ਲਈ ਵੀ ਤੁਸੀਂ এনवायरमेंट ਦੇ ਵਿੱਚ ਕੰਮ ਕਰ ਰਹੇ ਹੋ? बन रहा है पूरा गत्ता। ठीक है, ਤਾਂ ਧੰਨਵਾਦ ਹੈ ਸਰ ਨੇ ਪੂਰਾ ਪਲਾਂਟ ਸਾਨੂੰ ਨਾਲ ਚੱਲ ਕੇ ਦਿਖਾਇਆ। ਔਰ ਆਰਮੀ ਆਫੀਸਰ ਨੇ ਸਰ, ਰਿਟਾਇਰ ਹੋਏ ਨੇ ਤੇ ਹੁਣ ਇਸ ਕੰਪਨੀ ਦੇ ਵਿੱਚ ਕੰਮ ਕਰਦੇ ਆ, ਔਰ ਬੜੇ ਪਿਆਰ ਦੇ ਨਾਲ ਸਾਰੀ ਦੀ ਸਾਰੀ ਫੈਕਟਰੀ ਜਿਹੜੀ ਕੰਪਨੀ ਸਾਨੂੰ ਸਰ ਨੇ ਵਿਖਾਈ। ਸੋ ਜਿਵੇਂ ਤੁਸੀਂ ਵੇਖ ਰਹੇ ਹੋ ਸਾਹਮਣੇ ਵੱਡੇ ਵੱਡੇ ਰੋਲਸ ਬਣੇ ਹੋਏ ਨੇ, ਤਾਂ ਇੱਥੇ ਜਿਹੜਾ ਗੱਤਾ ਮੈਂ ਤੁਹਾਨੂੰ ਇੱਥੇ ਵਿਖਾ ਦਿੰਦਾ। ਸੋ ਇਹ ਜਿਹੜਾ ਫਾਈਨਲ ਪ੍ਰੋਡਕਟ ਹੈ ਫਿਰ ਇੱਥੇ ਤਿਆਰ ਹੋ ਰਿਹਾ, ਔਰ ਜਿਹੜੇ ਕਿਸਾਨ ਖੇਤਾਂ ਦੇ ਵਿੱਚ ਪਰਾਲੀ ਉਗਾਉਂਦਾ ਉਹਦੀ ਮਦਦ ਦੇ ਨਾਲ ਇੱਥੇ ਗੱਤਾ ਤਿਆਰ ਹੋ ਰਿਹਾ। ਔਰ ਇਸ ਗੱਤੇ ਦੇ ਵਿੱਚ ਜਿਹੜਾ ਰੀਸਾਈਕਲ ਹੋਇਆ ਗੱਤਾ ਹੈ, ਜਿਹਨੂੰ ਰੱਦੀ ਦੇ ਵਿੱਚ ਤੁਹਾਡੇ ਘਰ ਤੋਂ ਜਿਹੜੇ ਰੱਦੀ ਵਾਲੇ ਖਰੀਦ ਕੇ ਲੈ ਕੇ ਜਾਂਦੇ ਆ, ਉਹ ਫਿਰ ਉਹ ਵੀ ਇੱਥੇ ਯੂਜ਼ ਹੁੰਦਾ। ਥੈਂਕ ਯੂ ਸੋ ਮਚ। ਜਿਹੜੇ ਆਫੀਸਰ ਨੇ ਇੱਥੇ ਉਹਨਾਂ ਦਾ ਵੀ ਧੰਨਵਾਦ ਹੈ, ਉਹਨਾਂ ਨੇ ਬੜਾ ਸਾਥ ਦਿੱਤਾ। ਥੈਂਕ ਯੂ ਸੋ ਮਚ ਸਰ। ਔਰ ਜਿਹੜੇ ਇੱਥੋਂ ਦੇ HR ਸਰ ਨੇ ਉਹਨਾਂ ਦਾ ਵੀ ਧੰਨਵਾਦ, ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਤਾਂ ਕਿ ਅਸੀਂ ਤੁਹਾਡੇ ਤੱਕ ਇਹ ਬਿਹਤਰੀਨ ਫੈਕਟਰੀ ਦਿਖਾ ਸਕੀਏ। ਸਤਿ ਸ਼੍ਰੀ ਅਕਾਲ ਸਰ। ਥੈਂਕ ਯੂ ਸੋ ਮਚ ਸਰ, ਤੁਸੀਂ ਸਾਨੂੰ ਮੌਕਾ ਦਿੱਤਾ, ਕਿਉਂਕਿ ਤੁਸੀਂ ਜਿਹੜਾ ਕੰਮ ਕਰ ਰਹੇ ਹੋ ਇਹ ਵਾਕਈ ਲੋਕਾਂ ਦੀ ਭਲਾਈ ਦੇ ਲਈ ਹੈ ਨਾ, ਕਿਉਂਕਿ ਬਹੁਤ ਸਾਰੀਆਂ ਅਸੀਂ ਬਹੁਤ ਧੰਨਵਾਦ ਕਰਦੇ ਹਾਂ, ਤੁਸੀਂ ਇਹ ਸਾਰਾ ਸਾਡਾ ਦਿਖਾਇਆ ਪ੍ਰੋਜੈਕਟ ਜਿਹੜਾ ਵੀ ਹੈਗਾ। ਅਸੀਂ ਬੇਨਤੀ ਕਰਦੇ ਹਾਂ ਕਿਸਾਨਾਂ ਨੂੰ ਤੇ ਵੱਧ ਤੋਂ ਵੱਧ ਪਰਾਲੀ ਇੱਥੇ ਆਪਣਾ ਲੈ ਕੇ ਆਓ। ਅਸੀਂ ਉਹਦਾ ਵਾਜਿਬ ਜਿਹੜਾ ਮੁੱਲ ਹੈਗਾ ਉਹ ਅਸੀਂ ਮੁੱਲ ਵੀ ਦੇਵਾਂਗੇ ਉਹਨਾਂ ਨੂੰ। ਬਸ ਇਹੀ ਰਿਕੁਐਸਟ ਹੈ ਕਿ ਜਲਾਓ ਨਾ, ਪਰਾਲੀ ਜਲਾਓ ਨਾ, ਬਸ ਇਹੀ ਰਿਕੁਐਸਟ ਹੈ ਸਾਡੀ। ਅਸੀਂ ਵਾਜਿਬ ਰੇਟ ਦੇ ਕੇ ਉਹਨਾਂ ਦੀ ਪਰਾਲੀ ਇੱਥੇ ਖਰੀਦਾਂਗੇ ਔਰ ਕਿਸਾਨ ਨੂੰ ਉਲਟਾ ਉਹਦੇ ਪੈਸੇ ਮਿਲਣੇ ਉਲਟਾ। ਠੀਕ ਹੈ, ਥੈਂਕ ਯੂ ਸੋ ਮਚ ਸਰ। ਥੈਂਕ ਯੂ ਸਰ, ਥੈਂਕ ਯੂ। ਸੋ ਦੋਸਤੋ, ਤੁਸੀਂ ਵੀ ਕਮਾ ਸਕਦੇ ਹੋ ਲੱਖਾਂ ਰੁਪਏ, ਜਿਵੇਂ ਮਲੇਰਕੋਟਲੇ ਦੇ ਇਸ ਕਿਸਾਨ ਗੁਰਪ੍ਰੀਤ ਸਿੰਘ ਨੇ ਕਮਾਏ ਨੇ। ਇਸ ਸੀਜ਼ਨ ਦੇ ਵਿੱਚ ਸਿਰਫ ਪਰਾਲੀ ਵੇਚ ਕੇ 16 ਲੱਖ ਰੁਪਏ ਕਮਾ ਲਏ ਨੇ। ਪੰਜਾਬੀ ਦੇ ਨਿਊਜ਼ ਚੈਨਲਾਂ ਦੇ ਉੱਤੇ ਇਹ ਨੌਜਵਾਨ ਛਾਇਆ ਹੋਇਆ ਔਰ ਬਕਾਇਦਾ ਅੰਗਰੇਜ਼ੀ ਦੇ ਅਖਬਾਰਾਂ ਦੇ ਵਿੱਚ ਵੀ ਅੰਗਰੇਜ਼ੀ ਦੇ ਨਿਊਜ਼ ਚੈਨਲ ਵੀ ਇਹਨੂੰ ਕਵਰ ਕਰ ਰਹੇ ਹੈ। ਖਬਰ ਲੱਗੀ ਹੋਈ ਹੈ, ਪੰਜਾਬ ਫਾਰਮਰ ਮੇਕਸ 16 lakh by selling paddy stubble. Malerkotla based Gurpreet Singh sets example for other farmers. ਜੀ ਹਾਂ, ਮੋਟੀਵੇਸ਼ਨ ਹੈ ਹੋਰ ਫਾਰਮਰਸ ਦੇ ਲਈ ਵੀ, ਹੋਰ ਕਿਸਾਨਾਂ ਦੇ ਲਈ ਵੀ। ਇਸ ਸੀਜ਼ਨ ਦੇ ਵਿੱਚ 16 ਲੱਖ ਰੁਪਏ ਕਮਾ ਲਏ। ਇਹ ਤੁਸੀਂ ਵੀ ਕਰ ਸਕਦੇ ਹੋ, ਜਿਹਦੇ ਲਈ ਅਸੀਂ ਅੱਜ ਇਹ ਵੀਡੀਓ ਬਣਾ ਰਹੇ ਹਾਂ। ਤੇ ਨਾਲ ਦੀ ਨਾਲ ਦੋਸਤੋ, ਇਸ ਚੈਨਲ ਨੂੰ ਤੇ ਇਸ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰ ਦਿਓ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਤਰੀਕੇ ਦੀਆਂ ਹੋਰ ਵੀ ਵਧੀਆ ਵੀਡੀਓਜ਼ ਜਿਹੜੀ ਤੁਹਾਡੇ ਕੰਮ ਦੀਆਂ ਹੋਣ, ਖਾਸ ਤੌਰ ਦੇ ਉੱਤੇ ਸਾਡੇ ਪੰਜਾਬ ਦੇ ਵਸਨੀਕਾਂ ਦੇ, ਪੰਜਾਬ ਦੇ ਕਿਸਾਨਾਂ ਦੇ ਕੰਮ ਦੀਆਂ ਜਿਹੜੀਆਂ ਵੀਡੀਓਜ਼ ਹੋਣ, ਉਹ ਇਸ ਚੈਨਲ ਦੇ ਉੱਤੇ ਅਸੀਂ ਲਗਾਤਾਰ ਲੈ ਕੇ ਆਉਂਦੇ ਰਹਾਂਗੇ। ਇਸ ਲਈ ਸਬਸਕ੍ਰਾਈਬ ਵੀ ਕਰ ਲਿਓ ਤੇ ਅੱਗੇ ਸ਼ੇਅਰ ਵੀ ਕਰ ਦਿਓ ਜੀ। ਕਿਵੇਂ ਦੀ ਲੱਗੀ ਇਹ ਵੀਡੀਓ ਸਾਨੂੰ ਜ਼ਰੂਰ ਦੱਸਿਓ। ਔਰ ਜੇ ਇਸ ਪਲਾਂਟ ਦੇ ਵਿੱਚ ਜਾਂ ਕਿਸੇ ਇਨਸਟਰੂਮੈਂਟ ਦੇ ਵਿੱਚ ਸਮਝਣ ਦੇ ਵਿੱਚ, ਫੰਕਸ਼ਨਿੰਗ ਦੇ ਵਿੱਚ ਕੋਈ ਸਵਾਲ ਰਹਿ ਗਿਆ ਹੋਵੇ ਤਾਂ ਜ਼ਰੂਰ ਦੱਸਿਓ। ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਇੱਕ ਸਵਾਲ ਦਾ ਜਵਾਬ ਦੇਣ ਦੀ। ਧੰਨਵਾਦ।